ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਕੁਝ ਸਮਾਂ ਗੁਰੂ ਕਿਆਂ ਵਿਚਾਰਾਂ ਆਪ ਜੀ ਨੂੰ ਸਰਵਨ ਕਰਾ ਸਕਾਂ, ਉਸ ਤੋਂ ਪਹਿਲੇ 10ਵੇਂ ਪਾਤਸ਼ਾਹ ਦੀ ਬਖਸ਼ਿਸ਼ ਭਰੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਏ ਹੋਏ ਜੀਵ ਜੰਤੂਆਂ ਦੀ ਵਿਚਾਰ ਆਪ ਸਰਵਨ ਕਰ ਰਹੇ ਹੋ। ਅੱਜ ਜੋ ਅਸੀਂ ਵਿਚਾਰ ਸਰਵਨ ਕਰਨਾ ਹੈ, ਗੁਰੂ ਰਾਮਦਾਸ ਮਹਾਰਾਜ ਪਹਿਲੀ ਵਾਰ ਇਸ ਜੀਵ ਦਾ ਜ਼ਿਕਰ ਆਪਣੀ ਬਾਣੀ ਵਿੱਚ ਕਰਦੇ ਹਨ। ਪੰਕਤੀਆਂ ਇਸ ਤਰ੍ਹਾਂ ਨੇ, ਮਾਇਆ ਫਾਸ ਬੰਦ ਬਹੁ ਬੰਦੇ ਹਰ ਜਪਿਓ ਖੁੱਲ ਖੁੱਲ ਨੇ, ਜਿਉ ਜਲ ਕੁੰਚਰ ਤੰਦੂਏ ਬਾਂਧਿਓ ਹਰ ਚੇਤਿਓ ਮੋਖ ਮੁਖ ਨੇ। ਇਸ ਸ਼ਬਦ ਦੇ ਵਿੱਚ ਜ਼ਿਕਰ ਆਇਆ ਹੈ ਤੰਦੂਏ ਦਾ, ਤੇਂਦੂਆ ਨਹੀਂ, ਤੰਦੂਆ। ਕੁਛ ਵਿਦਵਾਨਾਂ ਨੇ ਤੰਦੂਏ ਦੇ ਅਰਥ ਮਗਰਮੱਛ ਕੀਤੇ ਹਨ, ਕਿਉਂਕਿ ਇਹ ਇੱਕ ਪੁਰਾਣਿਕ ਗਾਥਾ ਹੈ ਜਿਸ ਦਾ ਜ਼ਿਕਰ ਬਾਰ-ਬਾਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਹੁਤਾ ਜ਼ਿਕਰ ਕੀਤਾ ਹੈ। ਗੁਰੂ ਰਾਮਦਾਸ ਮਹਾਰਾਜ ਕਰਦੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਜ਼ਿਕਰ ਕਰਦੇ ਨੇ, ਭਗਤ ਨਾਮਦੇਵ ਜੀ ਜ਼ਿਕਰ ਕਰਦੇ ਨੇ, ਭਗਤ ਕਬੀਰ ਸਾਹਿਬ ਜੀ ਜ਼ਿਕਰ ਕਰਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਨੇ ਬਹੁਤ ਵਾਰ ਇਸ ਗਾਥਾ ਦਾ ਜ਼ਿਕਰ ਕੀਤਾ ਹੈ। ਪੁਰਾਣਿਕ ਗਾਥਾ ਕੁਛ ਦੋ ਤਰ੍ਹਾਂ ਦੀ ਮਿਲਦੀ ਹੈ। ਇੱਕ ਤਾਂ ਚੰਦਰ ਮੁਨੀ ਹਰੀਹਰ ਖੇਤਰ ਦੇ ਵਿੱਚ, ਹਰੀਹਰ ਦੇ ਇਲਾਕੇ ਦੇ ਵਿੱਚ, ਜੋ ਪਟਨਾ ਸਾਹਿਬ ਤੋਂ ਗੰਗਾ ਵਾਲੇ ਪਾਸੇ ਉਸ ਇਲਾਕੇ ਦੀ ਇਹ ਘਟਨਾ ਹੈ। ਚੰਦਰ ਮੁਨੀ ਦਾ ਆਸ਼ਰਮ ਸੀ, ਉੱਥੇ ਇੱਕ ਬਹੁਤ ਸੋਹਣੀ ਉਸਨੇ ਬਗੀਚੀ ਲਾਈ ਹੋਈ, ਝੌਂਪੜੀ ਆਪਣੀ ਬਣਾਈ ਹੋਈ, ਬਹੁਤ ਸਾਰੇ ਫੁੱਲ ਬੂਟੇ, ਬੜੀ ਸੁੰਦਰ ਸਜਾਈ ਹੋਈ ਵਾਟਕਾ ਆਪਣੀ। ਇੱਕ ਰਾਜਾ ਰਾਜ ਦੇ ਹੰਕਾਰ ਵਿੱਚ ਉਹਨੇ ਕੁਛ ਵੇਖਿਆ ਨਹੀਂ, ਕੁਛ ਸੋਚਿਆ ਨਹੀਂ, ਹਾਥੀ ਸਮੇਤ ਉਸ ਬਗੀਚੇ ਦੇ ਵਿੱਚ ਵੜਿਆ
ਤੇ ਹਾਥੀ ਨੇ ਸਾਰੀਆਂ ਉਹ ਵੇਲਾਂ ਫੁੱਲ ਸਭ ਉਜਾੜ ਕੇ ਰੱਖ ਦਿੱਤੇ ਹਨ। ਚੰਦਰ ਮੁਨੀ ਨੇ ਜਦ ਦੇਖਿਆ ਵੀ ਮੈਂ ਇਤਨੀ ਮਿਹਨਤ ਕਰਕੇ ਬਗੀਚੀ ਬਣਾਈ ਸੀ, ਇਹਨੇ ਹੰਕਾਰ ਵਿੱਚ ਆ ਕੇ ਸਾਰੀ ਉਜਾੜ ਕੇ ਰੱਖ ਦਿੱਤੀ ਹੈ। ਚੰਦਰ ਮੁਨੀ ਨੇ ਉਸ ਰਾਜੇ ਨੂੰ ਸ਼ਰਾਪ ਦਿੱਤਾ, ਤੂੰ ਹਾਥੀ ਤੇ ਚੜ੍ਹ ਕੇ ਕਰਮ ਕੀਤਾ ਹੈ, ਹੁਣ ਤੂੰ ਹਾਥੀ ਬਣੇਗਾ। ਜਾ ਤੇਰਾ ਸਰੀਰ ਤੇ ਮਨੁੱਖਾਂ ਵਾਲਾ ਹੈ, ਪਰ ਬਿਰਤੀ ਤੇਰੀ ਵੀ ਹਾਥੀਆਂ ਵਾਲੀ ਹੈ। ਤੂੰ ਉਸ ਨੂੰ ਰੋਕਿਆ ਨਹੀਂ। ਇਸ ਨੂੰ ਜਦ ਸ਼ਰਾਪ ਹੋਇਆ ਤਾਂ ਇਸ ਦਾ ਛੋਟਾ ਭਰਾ ਰਿਸ਼ੀ ਦੇ ਉੱਤੇ ਹਮਲਾ ਕਰਨ ਵਾਸਤੇ ਚੜ੍ਹਿਆ। ਰਿਸ਼ੀ ਨੇ ਇਸ ਛੋਟੇ ਭਰਾ ਨੂੰ ਵੀ ਸ਼ਰਾਪ ਦਿੱਤਾ, ਤੂੰ ਹੁਣ ਤੰਦੂਆ ਬਣੇਗਾ। ਹਾਥੀ ਤੇ ਤੰਦੂਏ ਦਾ ਇਸ ਵਿੱਚ ਜ਼ਿਕਰ ਹੈ। ਇੱਕ ਗਾਥਾ ਭਗਤ ਮਾਲ ਦੇ ਵਿੱਚ ਵੀ ਮਿਲਦੀ ਹੈ, ਜਿਸ ਵਿੱਚ ਭਗਤਾਂ ਦੀਆਂ ਗਾਥਾਵਾਂ ਅਸੀਂ ਪੜ੍ਹਦੇ ਹਾਂ। ਭਗਤ ਮਾਲ ਦੇ ਵਿੱਚ ਇਹ ਗਾਥਾ ਇਸ ਤਰ੍ਹਾਂ ਮਿਲਦੀ ਹੈ ਕਿ ਗੰਧਰਵ ਦੇ 2 ਪੁੱਤਰ ਸਨ। 2 ਪੁੱਤਰ ਪਿਤਾ ਦੇ ਚਲਾਣਾ ਕਰਨ ਤੋਂ ਬਾਅਦ ਇਹ ਦੋਨੋਂ ਪੁੱਤਰ ਆਪਣੀ ਜ਼ਮੀਨ ਜਾਇਦਾਦ ਨੂੰ ਵੰਡਣ ਕਰਕੇ ਆਪਸ ਦੇ ਵਿੱਚ ਲੜ ਪਏ ਨੇ। ਲੜਾਈ ਬਹੁਤ ਵੱਧ ਗਈ, ਕਿਉਂਕਿ ਗੰਧਰਵ ਦੇ ਪੁੱਤਰ ਸਨ। ਇਹਨਾਂ ਦੇ ਮੁਖ ਤੋਂ ਜੋ ਗੱਲ ਨਿਕਲਦੀ ਸੀ ਉਹ ਸੱਤ ਹੋ ਜਾਂਦੀ ਸੀ। ਇੱਕ ਦੂਜੇ ਨੂੰ ਸ਼ਰਾਪ ਦਿੰਦੇ ਨੇ। ਵੱਡੇ ਭਰਾ ਨੇ ਛੋਟੇ ਭਰਾ ਨੂੰ ਸ਼ਰਾਪ ਦਿੱਤਾ ਕਿ ਤੂੰ ਤੰਦੂਆ ਬਣੇਗਾ, ਤੇਰੀ ਜ਼ਿੰਦਗੀ ਤੰਦੂਏ ਵਰਗੀ ਬੀਤੇਗੀ। ਛੋਟੇ ਭਰਾ ਨੇ ਸ਼ਰਾਪ ਦਿੱਤਾ, ਜੇ ਮੈਂ ਤੰਦੂਆ ਬਣਨਾ ਤੇ ਤੂੰ ਹਾਥੀ ਬਣੇਗਾ। ਮੈਂ ਤੰਦੂਆ ਬਣ ਕੇ ਵੀ ਪਕੜਨਾ ਮੈਂ ਤੈਨੂੰ ਹੀ, ਮਾਰਾਂਗਾ ਤੈਨੂੰ ਹੀ ਮੈਂ। ਹਾਥੀ ਬਣਨ ਤੋਂ ਬਾਅਦ ਇਹ ਜਦ ਗੰਗਾ ਕਿਨਾਰੇ ਆਪਣੇ ਪਰਿਵਾਰ ਨਾਲ ਪਾਣੀ ਪੀਣ ਵਾਸਤੇ ਜਾਂਦਾ ਹੈ, ਹਾਥੀ ਜਿਹਨੂੰ ਸ਼ਰਾਪ ਲੱਗਾ ਹੈ, ਇਹ ਜਦ ਗੰਗਾ ਕਿਨਾਰੇ ਪਾਣੀ ਪੀਣ ਜਾਂਦਾ ਹੈ, ਗੰਗਾ ਦੇ ਪਾਣੀ ਦੇ, ਕਿਉਂਕਿ ਹਾਥੀ ਨੂੰ ਪਾਣੀ ਨਾਲ ਬੜਾ ਪ੍ਰੇਮ ਹੁੰਦਾ ਵੇ, ਥੋੜਾ ਪਾਣੀ ਵਿੱਚ ਅੱਗੇ ਨਿਕਲ ਜਾਂਦਾ ਹੈ। ਪਾਣੀ ਦੇ ਵਿੱਚ ਇਸ ਨੂੰ ਤੰਦੂਆ ਪਕੜ ਲੈਂਦਾ ਵੇ। ਤੰਦੂਏ ਦੀ ਪਕੜ ਇਤਨੀ ਮਜ਼ਬੂਤ ਕਿ ਹਾਥੀ ਛੁਡਾ ਨਹੀਂ ਪਾਉਂਦਾ ਹੈ, ਛੁੱਟ ਨਹੀਂ ਪਾਉਂਦਾ ਹੈ। ਕੁਛ ਸਮਾਂ ਤਾਂ ਇਸ ਦਾ ਜਿਹੜਾ ਪਰਿਵਾਰ ਸੀ, ਹੋਰ ਹਾਥੀ ਜਿਹੜੇ, ਕਿਉਂਕਿ ਹਾਥੀ ਪਰਿਵਾਰ ਵਿੱਚ ਰਹਿੰਦਾ, ਕੁਛ ਸਮਾਂ ਤੋਂ ਵੀ ਉੱਥੇ ਰੁਕੇ। ਫਿਰ ਉਹਨਾਂ ਨੇ ਦੇਖ ਲਿਆ ਵੀ ਇਹ ਫਸ ਗਿਆ, ਹੁਣ ਇਹਦਾ ਨਿਕਲਣਾ ਮੁਸ਼ਕਲ ਹੈ, ਅਸੀਂ ਵਿੱਚ ਜਾ ਨਹੀਂ ਸਕਦੇ, ਕੀ ਪਤਾ ਅਸੀਂ ਵੀ ਫਸ ਜਾਈਏ। ਸਾਰਾ ਪਰਿਵਾਰ ਇਸ ਨੂੰ ਛੋੜ ਕੇ ਚਲਾ ਜਾਂਦਾ ਹੈ। ਹਾਥੀ ਪਾਣੀ ਦੇ ਵਿੱਚ ਇਸ ਦੀ ਤਾਕਤ ਕਮਜ਼ੋਰ, ਤੰਦੂਏ ਦੀ ਤਾਕਤ ਪਾਣੀ ਵਿੱਚ ਦੁੱਗਣੀ ਹੁੰਦੀ ਹੈ, ਜ਼ਿਆਦਾ ਹੁੰਦੀ ਹੈ, ਕਿਉਂਕਿ ਹੈ ਹੀ ਜੀਵ ਪਾਣੀ ਵਾਲਾ ਹੀ ਹੈ। ਉੱਥੇ ਜਦ ਇਹਨਾਂ ਦਾ ਆਪਸ ਦੇ ਵਿੱਚ ਘੋਲ ਹੁੰਦਾ ਵੇ, ਇੱਕ ਦੂਜੇ ਕੋਲੋਂ ਹਾਥੀ ਛੁਡਾਉਣਾ ਚਾਹੁੰਦਾ ਹੈ, ਤੰਦੂਆ ਉਸ ਨੂੰ ਮਾਰਨਾ ਚਾਹੁੰਦਾ ਹੈ। ਉਸ ਵਕਤ ਜਦ ਹਾਥੀ ਦੇਖਦਾ ਵੀ ਹੁਣ ਮੇਰੇ ਅੰਦਰ ਕੋਈ ਤਾਕਤ ਨਹੀਂ, ਮੇਰੀ ਕੋਈ ਪੇਸ਼ ਨਹੀਂ ਚੱਲਦੀ ਹੈ, ਫਿਰ ਇਹ ਪਰਮੇਸ਼ਰ ਅੱਗੇ ਪੁਕਾਰ ਕਰਦਾ ਹੈ, ਰੱਬ ਅੱਗੇ ਪੁਕਾਰ ਕਰਦਾ ਹੈ। ਤੰਦੂਆ ਹੈ ਕੀ? ਜੋ ਹਾਥੀ ਨੇ ਪੁਕਾਰ ਕੀਤੀ ਹੈ, ਔਰ ਕਿਉਂ ਹਾਥੀ ਦਾ ਜ਼ਿਕਰ ਬਾਰ-ਬਾਰ ਕੀਤਾ ਗਿਆ ਹੈ, ਇਹ ਆਪਾਂ ਪਹਿਲੇ ਇਹ ਦੇਖ ਲਈਏ ਕਿ ਤੰਦੂਆ ਕੀ ਹੁੰਦਾ ਹੈ, ਫਿਰ ਬਾਕੀ ਵਿਚਾਰਾਂ ਅਸੀਂ ਅੱਗੇ ਸਾਂਝੀਆਂ ਕਰਾਂਗੇ। ਤੰਦੂਆ, ਕੁਛ ਵਿਦਵਾਨਾਂ ਨੇ ਇਸ ਨੂੰ ਮਗਰਮੱਛ ਲਿਖਿਆ, ਲੇਕਿਨ ਇਹਦੇ ਨਾਮ ਤੋਂ ਹੀ ਲੱਗਦਾ ਹੈ ਕਿ ਕੋਈ ਤੰਦਾਂ ਵਾਲਾ ਜੀਵ ਹੈ, ਜਿਹਦੇ ਕੋਲ ਤੰਦਾਂ ਨੇ ਲੰਬੀਆਂ ਲੰਬੀਆਂ। ਮਗਰ ਦੇ ਵਿੱਚ ਇਤਨੀ ਤਾਕਤ ਨਹੀਂ ਹੋ ਸਕਦੀ ਮਗਰਮੱਛ ਦੇ ਵਿੱਚ ਕਿ ਉਹ ਹਾਥੀ ਨੂੰ ਪਕੜ ਲਵੇ, ਉਹਦੇ ਵਿੱਚ ਇਤਨੀ ਤਾਕਤ ਨਹੀਂ ਹੈ।
ਤੰਦੂਏ ਦੇ ਅਰਥ ਮਹਾਨ ਕੋਸ਼ ਨੇ ਕੀਤੇ ਨੇ ਆਕਟੋਪਸ, ਸਮੁੰਦਰੀ ਜੀਵ ਆਕਟੋਪਸ। ਇਹਦੇ ਹਿੰਦੀ ਦੇ ਵਿੱਚ ਨਾਮ ਇਸ ਦਾ ਮਿਲਦਾ ਹੈ ਅਸ਼ਟਬਹੂ, 8 ਭੁਜਾਵਾਂ ਵਾਲਾ, 8 ਬਾਹਾਂ ਵਾਲਾ, ਜਾਂ ਅਸ਼ਟਪਦ ਵੀ ਕਹਿ ਦਿੰਦੇ ਨੇ, 8 ਪੈਰਾਂ ਵਾਲਾ ਜਾਨਵਰ, ਅਸ਼ਟਪਦ। ਸੰਸਕ੍ਰਿਤ ਦੇ ਵਿੱਚ ਜਾਂ ਇੰਝ ਕਹਿ ਲਓ ਧਾਰਮਿਕ ਗ੍ਰੰਥਾਂ ਦੇ ਵਿੱਚ ਇਹਦਾ ਨਾਮ ਗ੍ਰਾਹ ਵੀ ਆਇਆ ਹੈ, ਗੁਰਬਾਣੀ ਵਿੱਚ ਵੀ ਆਇਆ ਹੈ, ਗੱਜ ਗ੍ਰਾਹ ਤੇ ਛੂਟਾ। ਤੰਦੂਆ ਆਕਟੋਪਸ ਨੂੰ ਕਹਿੰਦੇ ਨੇ ਜਿਹਦੀਆਂ 8 ਬਾਹਾਂ ਨੇ, ਔਰ ਤੰਦੂਏ ਦੀਆਂ ਤਕਰੀਬਨ ਕੋਈ 300 ਪ੍ਰਜਾਤੀਆਂ ਮਿਲਦੀਆਂ ਨੇ ਜੋ ਵਿਗਿਆਨਿਕਾਂ ਨੇ ਦੱਸਿਆ ਵੇ। 300 ਪ੍ਰਜਾਤੀਆਂ। ਸਭ ਤੋਂ ਛੋਟੀ ਪ੍ਰਜਾਤੀ ਜਿਹਦੀ ਲੰਬਾਈ ਚੌੜਾਈ ਕੇਵਲ 1 ਇੰਚ ਦੀ ਹੈ, ਬਸ ਸਭ ਤੋਂ ਛੋਟਾ ਆਕਟੋਪਸ 1 ਇੰਚ ਦਾ ਹੈ। ਸਭ ਤੋਂ ਵੱਡਾ ਕੁਛ ਸਮਾਂ ਪਹਿਲੇ ਦਕਸ਼ਿਣ ਕੈਨੇਡਾ ਦੇ ਸਮੁੰਦਰ ਦੇ ਵਿੱਚ ਇੱਕ ਆਕਟੋਪਸ ਮਿਲਿਆ ਸੀ ਜਿਹਨੂੰ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। 16 ਫੁੱਟ ਲੰਬਾ ਸੀ ਉਹ, 16 ਫੁੱਟ ਦੀ ਲੰਬਾਈ ਚੌੜਾਈ, ਔਰ ਵਜ਼ਨ ਉਸ ਦਾ 272 ਕਿਲੋ, ਇਤਨਾ ਵੱਡਾ ਸੀ। ਇਹ ਤਾਂ ਹੁਣ ਦੀਆਂ ਗੱਲਾਂ ਨੇ। ਇਤਨਾ ਵੱਡਾ, 16 ਫੁੱਟ ਲੰਬਾਈ, 272 ਫਿਟ ਉਸਦਾ, 272 ਕਿਲੋ ਵਜ਼ਨ ਸੀ ਉਸਦਾ, ਇਤਨਾ ਵੱਡਾ। ਆਕਟੋਪਸ ਦਾ ਕਹਿੰਦੇ ਨੇ ਦਿਮਾਗ ਬੜਾ ਤੇਜ਼ ਹੁੰਦਾ ਵੇ। ਕੁਛ ਵਿਗਿਆਨਿਕ ਮੰਨਦੇ ਨੇ ਕਿ ਇਹਦੇ ਕੋਲ 9 ਦਿਮਾਗ ਹੁੰਦੇ ਨੇ। ਇਹ ਕਿਸੇ ਵੀ ਸਥਿਤੀ ਦਾ ਜਾਇਜ਼ਾ ਲੈ ਕੇ ਤੁਰੰਤ ਉਸ ਨੂੰ ਸੁਲਝਾਉਣ ਦਾ ਇਹ ਫੈਸਲਾ ਕਰ ਲੈਂਦਾ ਹੈ, ਉਹਨੂੰ ਸੁਲਝਾਉਣ ਵਾਸਤੇ ਸਕੀਮ ਬਣਾ ਲੈਂਦਾ ਹੈ, ਮੈਨੂੰ ਹੁਣ ਅੱਗੇ ਕੀ ਕਰਨਾ ਚਾਹੀਦਾ। ਸਮਝਦਾਰ ਬੜਾ ਵੇ, ਸਮਝਦਾਰ ਪ੍ਰਾਣੀ ਹੈ ਜਲਦਾ। ਆਪਣੇ ਦੁਸ਼ਮਣ ਕੋਲੋਂ ਬਚਾਓ ਵਾਸਤੇ ਕਈ ਆਕਟੋਪਸ ਆਪਣਾ ਰੰਗ ਵੀ ਬਦਲ ਲੈਂਦੇ ਨੇ। ਜਿਸ ਮਾਹੌਲ ਦੇ ਵਿੱਚ ਹੋਣ ਨਾ, ਆਸ-ਪਾਸ ਦਾ ਜਿਸ ਤਰ੍ਹਾਂ ਦਾ ਰੰਗ ਹੋਵੇ ਉਸ ਤਰ੍ਹਾਂ ਦਾ ਆਪਣਾ ਰੰਗ ਵੀ ਬਣਾ ਲੈਂਦੇ ਨੇ। ਜੇ ਨਾ ਐਸਾ ਕਰ ਸਕੇ ਤਾਂ ਫਿਰ ਆਪਣੇ ਮੁੱਖ ਦੇ ਵਿੱਚੋਂ ਇੱਕ ਐਸਾ ਪਦਾਰਥ ਛੋੜਦੇ ਨੇ ਜਿਹਦੇ ਨਾਲ ਪਾਣੀ ਦੇ ਵਿੱਚ ਇੱਕ ਗੁਬਾਰ ਜਿਹਾ ਬਣ ਜਾਂਦਾ ਹੈ ਅਤੇ ਇਹ ਦੁਸ਼ਮਣ ਕੋਲੋਂ ਬਚ ਕੇ ਤੇ ਨਿਕਲ ਜਾਂਦਾ ਹੈ। ਫਿਰ ਸਮਝਦਾਰ ਪ੍ਰਾਣੀ ਹੈ। ਸ਼ਿਕਾਰ ਇਸ ਦਾ ਇਹ ਕੇਕੜੇ ਪਕੜ ਕੇ ਖਾ ਲੈਂਦਾ, ਮੱਛੀਆਂ ਨੂੰ ਪਕੜ ਲੈਂਦਾ ਵੇ, ਹੋਰ ਝੀਂਗੇ ਵਗੈਰਾ ਕਈ ਜੀਵ ਜਲ ਦੇ ਉਹਨਾਂ ਨੂੰ ਪਕੜ ਕੇ ਆਪਣਾ ਪੇਟ ਭਰਦਾ ਵੇ। ਜਿਹੜਾ ਇਸ ਦੀ ਪਕੜ ਵਿੱਚ ਇੱਕ ਵਾਰੀ ਆ ਜਾਏ ਨਾ ਫਿਰ ਛੁੱਟਦਾ ਨਹੀਂ ਹੈ, ਕਿਉਂਕਿ ਇਹਦੀਆਂ ਜਿਹੜੀਆਂ 8 ਤੰਦਾਂ ਨੇ, 8 ਬਾਹਾਂ ਨੇ ਇਹਦੀਆਂ, ਉਹਨਾਂ ਦੇ ਵਿੱਚ ਹਰ ਬਾਂਹ ਦੇ ਵਿੱਚ 2 ਲਾਈਨਾਂ ਦੇ ਵਿੱਚ ਕੁਛ ਐਸੇ ਨਿੱਪਲ ਵਰਗੇ ਹੁੰਦੇ ਨੇ ਜਿਹੜੇ ਕਿ ਚਿਪਕ ਜਾਂਦੇ ਨੇ। ਇਹ ਉਹਨਾਂ ਦੇ ਸਹਾਰੇ ਹੀ ਅੱਗੇ ਵੱਧਦਾ ਵੇ, ਹਰ ਚੀਜ਼ ਨੂੰ ਉਸੇ ਨਾਲ ਹੀ ਪਕੜ ਲੈਂਦਾ ਹੈ, ਜਕੜ ਲੈਂਦਾ ਵੇ। ਇੱਕ ਵਾਰੀ ਜਿਹੜਾ ਪਕੜ ਵਿੱਚ ਆ ਜਾਏ ਫਿਰ ਉਹ ਛੁੱਟਣਾ ਮੁਸ਼ਕਿਲ ਹੋ ਜਾਂਦਾ ਉਹਦਾ। ਫਿਰ 8 ਬਾਹਾਂ ਹੁੰਦੀਆਂ ਨੇ ਇਹਦੀਆਂ, ਇੱਕ ਕੋਲੋਂ ਬੰਦਾ ਛੁਡਾਏ ਦੂਜੀ ਨਾਲ ਪਕੜ ਲੈਂਦਾ ਹੈ, ਤੀਜੀ ਨਾਲ ਪਕੜ ਲੈਂਦਾ, 8 ਹੀ ਬਾਹਾਂ ਨਾਲ ਘੇਰਾ ਪਾ ਲੈਂਦਾ ਵੇ। ਬਚਣਾ ਦੁਸ਼ਮਣ ਦਾ ਬੜਾ ਮੁਸ਼ਕਿਲ ਹੋ ਜਾਂਦਾ ਵੇ। ਇਸੇ ਦਾ ਹੀ ਜ਼ਿਕਰ ਕੀਤਾ ਹੈ ਗੁਰਬਾਣੀ ਦੇ ਵਿੱਚ। ਗੁਰੂ ਰਾਮਦਾਸ ਮਹਾਰਾਜ ਜ਼ਿਕਰ ਕਰਦੇ ਨੇ, ਭਗਤ ਨਾਮਦੇਵ ਜੀ ਜ਼ਿਕਰ ਕਰਦੇ ਨੇ, ਭਗਤ ਕਬੀਰ ਸਾਹਿਬ ਜੀ ਜ਼ਿਕਰ ਕਰਦੇ ਨੇ ਕਿ ਉਸ ਹਾਥੀ ਨੇ ਜਦੋਂ ਤੰਦੂਏ ਨੇ, ਆਕਟੋਪਸ ਨੇ ਜਦੋਂ ਹਾਥੀ ਨੂੰ ਪਕੜ ਲਿਆ ਹੈ, ਉਹਨੇ ਦੇਖ ਲਿਆ ਵੀ ਹੁਣ ਮੇਰੀ ਕੋਈ ਪੇਸ਼ ਨਹੀਂ ਜਾਂਦੀ ਪਈ, ਕੋਈ ਤਾਕਤ ਨਹੀਂ ਹੈ ਹੁਣ ਮੇਰੇ ਕੋਲ, ਮੈਂ ਹੁਣ ਕੀ ਕਰਾਂ।
ਇਸ ਨੂੰ ਯਾਦ ਆ ਜਾਂਦੀ ਹੈ ਪਰਮੇਸ਼ਰ ਦੀ। ਗੁਰਬਾਣੀ ਦੇ ਵਿੱਚ ਜੋ ਜੀਵ ਜੰਤੂਆਂ ਦੇ ਜ਼ਿਕਰ ਕੀਤੇ ਹਨ, ਮੈਂ ਅਕਸਰ ਅਰਜ਼ ਕਰਦਾ ਹੋਣਾ, ਜੋ ਮੈਂ ਸਬਜੈਕਟ ਵੀ ਆਰੰਭ ਕੀਤਾ ਸੀ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਮਨੁੱਖ ਜਨਮ ਦੀ ਪ੍ਰਾਪਤੀ ਹੋਈ ਹੈ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਸਤੇ। ਭਈ ਪ੍ਰਾਪਤ ਮਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਗੋਬਿੰਦ ਨੂੰ ਮਿਲਣ ਵਾਸਤੇ ਮਨੁੱਖ ਜਨਮ ਦੀ ਪ੍ਰਾਪਤੀ ਹੋਈ ਹੈ। ਮਨੁੱਖਾ ਜਨਮ ਕੀਮਤੀ ਬੜਾ ਹੈ। ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਜੀਵਨ ਪ੍ਰਾਪਤ ਹੋਇਆ, ਪਰ ਮਨੁੱਖ ਕਰਦਾ ਕੀ ਪਿਆ ਵੇ। ਗੁਰੂ ਰਾਮਦਾਸ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਸਾਨੂੰ ਸਵਾਲ ਕਰਦੇ ਨੇ, ਪੁੱਛਦੇ ਨੇ, ਐ ਸ਼ਰੀਰਾ ਮੇਰਿਆ, ਇਸ ਜਗ ਮੇਂ ਆਏ ਕੇ ਕਿਆ ਤੁਧ ਕਰਮ ਕਮਾਇਆ। ਕੇ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੇਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਜਿਨੇ ਤੈਨੂੰ ਮਨੁੱਖ ਜਨਮ ਦਿੱਤਾ ਵੇ, ਇਤਨਾ ਕੁਛ ਦਿੱਤਾ, ਤੂੰ ਉਸ ਪ੍ਰਮਾਤਮਾ ਨੂੰ ਹਿਰਦੇ ਵਿੱਚ ਵਸਾਇਆ ਹੀ ਨਹੀਂ ਹੈ। ਗੁਰੂ ਰਾਮਦਾਸ ਮਹਾਰਾਜ ਤਾਂ ਕਹਿੰਦੇ ਨੇ ਕਿ ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੀ। ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਨਮੁਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਪਾਏ। ਸੰਸਾਰ ਵਿੱਚ ਆ ਕੇ ਅਸੀਂ ਕੀਤਾ ਕੀ ਹੈ? ਮਨੁੱਖ ਹੋ ਕੇ ਵੀ, ਬੰਦਾ ਹੋ ਕੇ ਵੀ ਜੇ ਬੰਦਗੀ ਕੀਤੀ ਨਾ, ਤੇ ਬੰਦਾ ਅਖਵਾਉਣ ਦਾ ਕੀ ਫਾਇਦਾ ਹੈ? ਜੇ ਮਨੁੱਖਾ ਜਨਮ ਵਿੱਚ ਆ ਕੇ ਵੀ ਪਰਮੇਸ਼ਰ ਦਾ ਨਾਮ ਜਪਿਆ ਹੀ ਨਹੀਂ ਹੈ, ਤਾਂ ਫਿਰ ਮਨੁੱਖਾ ਜਨਮ ਦਾ ਲਾਭ ਕੀ ਹੈ ਫਿਰ ਸਾਨੂੰ? ਮਹਾਰਾਜ ਕਹਿ ਰਹੇ ਨਾ, ਜਿਨੀ ਐਸਾ ਹਰ ਨਾਮ ਨਾ ਚੇਤਿਓ। ਐਸਾ ਨਾਮ ਕਿਹੜਾ ਨਾਮ? ਇੱਕ ਸਵਾਲ ਪੈਦਾ ਹੋ ਜਾਂਦਾ ਨਾ, ਅਸੀਂ ਕਿਸੇ ਨੂੰ ਕਹੀਏ ਫਲਾਣੀ ਚੀਜ਼ ਐਸੀ ਹੈ, ਬੰਦਾ ਪੁੱਛਦਾ ਦੱਸ ਕੈਸੀ ਹੈ। ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਐਸਾ ਹਰ ਨਾਮ, ਕੈਸਾ ਹਰ ਨਾਮ? ਬਸ ਇਹੀ ਜ਼ਿਕਰ ਕੀਤਾ ਹੈ ਇੱਥੇ ਕਿ ਇੱਕ ਮਨੁੱਖ ਹੋ ਕੇ ਵੀ ਪਰਮੇਸ਼ਰ ਦਾ ਨਾਮ ਜਪਦਾ ਨਹੀਂ ਹੈ। ਇੱਕ ਪਸ਼ੂ ਹੋ ਕੇ, ਹਾਥੀ ਦਾ ਤਨ ਰੱਖਦਿਆਂ ਹੋਇਆਂ ਵੀ ਹਾਥੀ ਨੇ ਪਰਮੇਸ਼ਰ ਨੂੰ ਯਾਦ ਕੀਤਾ, ਤੇ ਪਰਮੇਸ਼ਰ ਨੇ ਇੱਕ ਵਾਰੀ ਨਾਮ ਜਪਣ ਦੀ ਖਾਤਰ ਤੰਦੂਏ ਤੋਂ ਉਸ ਦੀ ਰੱਖਿਆ ਕੀਤੀ ਹੈ। ਇੱਕ ਵਾਰੀ ਨਾਮ ਜਪਣ ਕਰਕੇ ਮਹਾਰਾਜ ਨੇ ਇਹੀ ਜ਼ਿਕਰ ਕੀਤਾ ਹੈ ਕਿ ਮਾਇਆ ਫਾਸ ਬੰਦ ਬਹੁ ਬੰਦੇ, ਹਰ ਜਪਿਓ ਖੁੱਲ ਖੁੱਲਨੇ। ਮਾਇਆ ਦੇ ਬੰਧਨਾਂ ਦੇ ਵਿੱਚ ਬੰਦਾ ਫਸ ਜਾਂਦਾ, ਤੇ ਖੁੱਲਦਾ ਕਿਸ ਤਰ੍ਹਾਂ ਹੈ, ਬਚਦਾ ਕਿਸ ਤਰ੍ਹਾਂ ਹੈ? ਜਿਨੀ ਐਸਾ ਹਰ ਨਾਮ ਨਾ ਚੇਤਿਓ। ਜਿਨੇ ਐਸਾ ਹਰ ਨਾਮ ਚੇਤਿਆ ਹੈ, ਯਾਦ ਕੀਤਾ ਹੈ, ਉਹ ਇਹਨਾਂ ਬੰਧਨਾਂ ਤੋਂ ਖੁੱਲ੍ਹ ਜਾਂਦੇ ਨੇ। ਕਿਸ ਤਰ੍ਹਾਂ ਖੁੱਲ੍ਹ ਜਾਂਦੇ ਨੇ? ਮਹਾਰਾਜ ਕਹਿੰਦੇ ਨੇ, ਜਿਉਂ ਜਲ ਕੁੰਚਰ ਤੰਦੂਏ ਬਾਂਧਿਓ, ਹਰ ਚੇਤਿਓ ਮੋਖ ਮੁਖ ਨੇ। ਜਿਵੇਂ ਹਾਥੀ ਨੂੰ ਤੰਦੂਏ ਨੇ ਪਕੜ ਲਿਆ, ਆਕਟੋਪਸ ਨੇ ਪਕੜ ਲਿਆ, ਉਹਨੇ ਪਰਮੇਸ਼ਰ ਨੂੰ ਯਾਦ ਕੀਤਾ, ਤੇ ਪਰਮੇਸ਼ਰ ਨੇ ਉਸ ਦੀ ਮੁਕਤੀ ਕਰਾ ਦਿੱਤੀ, ਉਹਦੇ ਬੰਧਨ ਕੱਢ ਦਿੱਤੇ, ਉਹਨੂੰ ਮੁਕਤ ਕਰਾਇਆ ਹੈ। ਐਸਾ ਹਰ ਨਾਮ। ਕਈ ਲੋਕ ਇਹਨਾਂ ਗਾਥਾਵਾਂ ਨੂੰ ਕਹਿ ਦਿੰਦੇ ਨੇ ਕਿ ਇਹ ਮਿਥਿਹਾਸਕ ਗਾਥਾਵਾਂ ਨੇ। ਮਿਥਿਹਾਸ, ਜੇ ਇਹ ਮਿਥਿਹਾਸ ਨੇ ਤਾਂ ਫਿਰ ਗੁਰਬਾਣੀ ਨੂੰ ਅਸੀਂ ਕੀ ਕਹਾਂਗੇ? ਫਿਰ ਗੁਰਬਾਣੀ ਵਿੱਚ ਜ਼ਿਕਰ ਆਇਆ ਹੈ ਬਹੁਤ ਵਾਰੀ
पढ़ के देख लवो। भगत नामदेव जी कहते हैं कि जदों हाथी ने परमेश्वर नूं याद किया है तो भगत नामदेव जी लिखते हैं कि कर तरे चक्र बैकुंठ ते आए, गज हस्ती दे प्राण उधारी अले। हत्थ विच चक्र धारण करके परमेश्वर जी आप आए ने ते हाथी दा उद्धार किया है। दुशासन की सभा द्रौपदी अंबर लेत उबारी अले। जिवें दुशासन की सभा दे विच द्रौपदी नूं जदों नगन किया गया, परमेश्वर ने वस्त्र दे के उसनूं टकिया है, उहदी पत बचाई है। भगत नामदेव जी कहते हैं कि उस गज ने, उस हाथी ने जदों परमेश्वर नूं याद किया, परमेश्वर आप चल के आए और सुदर्शन चक्र दे नाल उस तंदुए दियां तंदां नूं कट के इस हाथी नूं मुक्त कराया है। गुरु तेग बहादुर साहब महाराज बहुत बार जिक्र करते हैं, कम से कम 4-5 वारी महाराज ने इस गाथा नूं मुख रखदियां होयां सानू उपदेश देना कीता है। गौड़ी राग दे विच सतगुरु जी दा पावन शब्द है। महाराज कहंदे ने पतित पुनीत दीन बंद हर शरण ताहे तुम आवो, गज को त्रास मिट्यो जे सिमरत तुम काहे बिसरावो। पतित नूं पुनीत करन वाला, बंधन नूं कट्टण वाला, शरण ताहे तुम आओ, जिनी ऐसा हर नाम ना चेतियो। कैसा हर नाम पतित नूं पुनीत करन वाला, बंधन तो मुक्त करन वाला, शरण ताहे तुम आओ। ऐसे हरि परमात्मा दी शरण दे विच तुसी आओ। गज को त्रास मिट्यो जे सिमरत तुम काहे बिसरावो। गज को त्रास, हाथी दी पीड़ा, मिट्यो जे सिमरत, जिस दा सिमरन करन दे नाल हाथी दी पीड़ा दूर हो जाती है, तंदुए कलों परमेश्वर दी बचा लैंदे हन। महाराज कहंदे ने तुम काहे बिसरावो। ऐ इंसान, ऐ मनुख, हाथी परमेश्वर नूं याद करदा पिया, तू परमेश्वर नूं याद क्यों नहीं करदा है? तू क्यों नहीं याद करदा है? तिन्ना मुख डरावणे जिन्ना विसारियो नाओ, ऐथे दुख कनेरिया अगे ठौर ना ठाओ। जिन्हां ने परमात्मा नूं विसारिया है, ना इस संसार भी सुख लै सकेगा, ना अगले जहान भी सुख लै सकेगा। ये लोक भी जाएगा ते परलोक भी जाएगा उसका। महाराज कहते ने हाथी सिमरन करदा पिया, तू क्यों नहीं करदा? तू तो मनुख है, तू तो इंसान है। जदों मैं ये सब्जैक्ट आरंभ किया सी ना, बाबा फरीद दियां 2 पंक्तियां सरवण कराइयां सन कि मनुख नालों पशु पंछी चंगे ने। इस वास्ते ही आख्या चंगे ने क्योंकि पशु रूप हो के वो परमेश्वर नूं याद करके मुक्त हो के जांदा है, पर एक बंदा ही है जो बंदियां वाले काम नहीं करता है। फरीदा बलहारी तिना पंखियां जंगल जिन्ना वास, कक्कर चुगन थल वसन रब न छोड़न पास। इस वास्ते जिक्र किया है। गुरु तेग बहादुर साहब महाराज जी फिर जिक्र करते हैं कि बल छुटक्यो बंधन परे, कछु ना होत उपाय, कहो नानक अब ओट हर गज ज्यों हो सहाय। मेरी कोई ताकत नहीं है, मेरी कोई समर्था नहीं है, मेरे कोल बल नहीं है, मैं की करा हुण। हे परमेश्वर जी आप ही किरपा करो। जिस तरह कहो नानक अब ओट हर गज ज्यों हो सहाय। जिवें तुसी हाथी दी पानी दे विच रखिया कीती तंदुए कलों, महाराज हुण तुसी साडे उत्ते किरपा करो। अरदास
ਹਾਥੀ ਨੇ ਅਰਦਾਸ ਕੀਤੀ ਹੈ, ਯਾਦ ਕੀਤਾ ਪਰਮੇਸ਼ਰ ਨੂੰ। ਮਨੁੱਖ ਕਿਉਂ ਨਹੀਂ ਇਹ ਯਤਨ ਕਰਦਾ ਹੈ? ਅਸੀਂ ਕਿਉਂ ਨਹੀਂ ਕਰਦੇ ਹਾਂ? ਮਹਾਰਾਜ ਮਿਸਾਲ ਦੇ ਰਹੇ ਹਨ ਕਿ ਐਸਾ ਹਰਨਾਮ ਜਿਸ ਦੇ ਸਿਮਰਨ ਕਰਨ ਨਾਲ ਹਾਥੀ ਦਾ ਪਾਰ ਉਤਾਰਾ ਹੋ ਜਾਂਦਾ ਹੈ, ਤੂੰ ਕਿਉਂ ਨਹੀਂ ਸਿਮਰਨ ਕਰਦਾ ਹੈ? ਜਬ ਹੀ ਸ਼ਰਨ ਗਹੀ ਕਿਰਪਾਨਿਧ, ਗਜ ਗ੍ਰਾਹ ਤੇ ਛੂਟਾ, महिमा नाम कहाँ लो बरनो, राम कहत बंधन ते टूटा। जब ही शरण गही कृपा निध, जिस वक्त हाथी ने परमेश्वर की शरण लई है, फिर गज ग्राह ते छूटा। ग्राह कहते ने तंदुए नूं, तंदुआ कहते ने ऑक्टोपस नूं, अष्टबहु नूं, अष्टपद नूं। ਜਦੋਂ ਹਾਥੀ ਪਰਮੇਸ਼ਰ ਨੂੰ ਯਾਦ ਕਰਦਾ ਹੈ, ਪਰਮੇਸ਼ਰ ਜੀ ਕਿਰਪਾ ਕਰਦੇ ਹਨ, ਤੇ ਫਿਰ ਮਹਿਮਾ ਨਾਮ ਕਹਾਂ ਲੋ ਬਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਮੈਂ ਤੁਹਾਡੀ ਕੀ ਮਹਿਮਾ ਗਾਇਨ ਕਰ ਸਕਦਾ ਹਾਂ? ਹੇ ਪ੍ਰਭੂ, ਜਿਹੜਾ ਮੈਂ ਸਿਮਰਨ ਕਰਦਾ ਤੁਸੀਂ ਇਸੇ ਨੂੰ ਹੀ ਪ੍ਰਵਾਨ ਕਰੋ। ਜਿਵੇਂ ਹਾਥੀ ਦਾ ਤੁਸੀਂ ਛੁਟਕਾਰਾ ਕੀਤਾ ਹੈ ਨਾ, ਸਾਡਾ ਵੀ ਛੁਟਕਾਰਾ ਕਰ ਦਿਓ। शरण लैनी ना जिन्नी, ऐसा हर नाम ना चेतियो। ये है परमेश्वर का नाम। महाराज सच्चे पातशाह जी कहते ने, गज की त्रास मिटी छिनहूँ मैं, जब ही राम बखानो। ये पंक्तियां बिलावल राग दे विच गुरु तेग बहादुर साहब महाराज दियां ने। मैं बार बार अर्ज करदा पिया, सतगुरु ने बहुत वारी जिक्र किया है। गज की त्रास मिटी छिनहूँ में, जब ही राम बखानो। नारद कहत सुनत ध्रुव बारक, भजन माहे लपटानो। जिस वेले गज फस जाता है छिनहूँ में, छिन मात्र दे विच अख नूं बंद करके खोलण जितने समय दे विच हाथी दा पार उतारा हो जाता वे। महाराज कहते ने, बंदिया तू क्यों नहीं राम नाम दा सिमरन करदा है? नारद दे कहण ते ध्रुव प्रहलाद ने भी जिस परमेश्वर दा सिमरन कीता और अटल पदवी दी प्राप्ति कीती है, ऐसा हर नाम दा है बंदिया, तू क्यों नहीं सिमरन करदा है? फिर गुरु अर्जन देव जी महाराज ने होर मिसालां दित्तियां ने कि प्रभु का जो नाम है ना, उहदे विच कितनी शक्ति है, नाम की महिमा कितनी है, नाम की महानता कितनी है। गुरु अर्जन देव जी महाराज कहते ने, बाल्मीक सुपचारो तरियो, बधिक तरे विचारे, एक निमक मन माहे आराध्यो, गजपत पार उतारे। इस विच महाराज ने मिसालां दित्तियां हन। देखो सतगुर कहते ने, बाल्मीक सुपचारो जो शूदर सी, परमेश्वर का नाम जप के वो भी पार उतारा हो गया है। फिर बधिक जो शिकारी सी, वो भी परमेश्वर का नाम सिमरन करके उसका भी पार उतारा होया है। एक निमक मन माहे आराध्यो, गजपत पार उतारे। एक निमक गुरु अर्जन देव जी महाराज भी वही कह रहे हैं, गुरु तेग बहादुर साहब महाराज भी वही कह रहे हैं, एक चित्त जह एक छिन त्यायो, काल फास के बीच न आयो। गुरु गोबिंद सिंह महाराज भी यही कह रहे हैं कि किधरे तेरे अंदरों ऐसी अरदास निकल जावे, ऐसा किधरे एक बारी सिमरन हो जावे। जिस सिमरन दे नाल बाल्मीक दा उद्धार हो जाता है, बदक शिकारी दा उद्धार हो जाता है, हाथी दा उद्धार हो जाता है। भगत कबीर साहब जी ने तो होर भी मिसालां दित्तियां हन। भगत कबीर कहते ने कि अजामल गज गनका पतत करम कीने। अजामल पापी, जिहदे नाल पापी शब्द जुड़िया होया। ये गल वक्री है, सानू समझाण वास्ते कहना पैंदा है, पर अजामल जैसे गुरमुख प्यारे भी परमेश्वर दे घर पहुँचते हैं, उत्तम पदवी नूं प्राप्त होंदे ने।
पर क्योंकि समझाण वास्ते सानू जिन्हां ने ऐसे नाम दा सिमरन कीता है। गुरु रामदास महाराज पुछदे ना, जिनी ऐसा हर नाम ना चेतियो से काहे जगाए राम राजे। भगत कबीर साहब कहते ने कि अजामल पापी गज गनका पतित कर्म कीने, इन्हां ने पाप कर्म कीते हन। तेव उचर पार परे राम लाम लीने, ये सारिया ने राम रमे हुए राम दा सिमरन करके ते संसार सागर तो पार होके परमेश्वर दी शरण प्राप्त कीती है। तू ऐसे नाम दा सिमरन क्यों नहीं करदा है। देखो भाई गुरदास जी ने भी जिक्र किया है। भाई साहब भाई गुरदास जी कहते हैं कि पतित अजामल पाप कर कला वतनी दे रहा, कला वतनी दे जाए रहा। गुर ते बेमुख होए के पाप कमावे दुरमत दहिया, बिरथा जन्म गवाया पौजल अंदर फिरदा वहिया। छे पुत जाए बेसुआ पापां दे फल इच्छे लहिया। पुत उपन्ना सतवां नाव धरण नूं चित उमहिया। अजामल पापी ने गुरु तो बेमुख हो के एक वेसवा नाल विआह कीता, उसे कोल रह पिया। पाप दे दरख्त नूं जदों फल लगे, 6 पुत्तर इस दे होए ने। जदों 7वां पुत्तर होया ना, फिर मन दे विच ख्याल आया गुरु तो बेमुख होया वां, चलो इस 7वें पुत्तर दा नाम मैं उसे कोल रखवावां। ते जद 7वें पुत्तर दा नाम रखण वास्ते गया अपने गुरु दे कोल, तो फिर गुरु नूं भी इहदे पाप देख के तरस आ गया भी हुण मैं इसनूं उपदेश दियां ते की दियां, हुण इह बड़ी अगे निकल चुका है। क्यों ना कोई ऐसा काम कीता जाए कि सारा दिन नाम ही जपदा रहे। महापुरखां कोल गुरुआं कोल जुगत हुंदी है। महापुरुषां ने की कीता कि पुत उपन्ना 7वां नाव धरण नूं चित उमहिया। गुरु द्वारे जाए के गुरमुख नाम नारायण कहिया। तो गुरु ने आख्या हुण इस 7वें पुत्तर दा नाम तू नारायण रख दे। हुण जदों बच्चे दा नाम नारायण रख दिता, उठदियां बैठदियां उहनूं आवाज़ां मारदा है, नारायण नूं याद करदा है। अंत काल जमदूत द्वेख पुत नारायण बोले छहिया। हुण अंतम समा जदों सामने आया तो नारायण नारायण करदियां इसनूं नारायण परमेश्वर दी याद आई। अंदरों अरदास निकी, है परमेश्वर मेरी हुण तू रछिया कर। जुगती सी ना महापुरुषां दे कोल, पुत्तर दा नाम जपदियां जपदियां परमेश्वर दी याद आ गई, अरदास कीती है। ते जमगण मारे हर जना गया सुरग जम डंड न सहिया। ते फिर परमेश्वर ने कृपा करके जेड़े जम आए सन लैण वास्ते, उन्हां सारियां नूं मार के दूर कीता। नाए लए दुख डेरा टहिया। परमेश्वर दा नाम लैण दे कारण ये जिहड़ा जन्मां दा दुख इहदे गल विच पैना सी ना, वो सब दूर हो गया है। ऐसा हर नाम परमेश्वर दा। गणका दा जिक्र कीता है। गणका पापण होए के पापां दा गलहार परोता। महापुरख अचानचक गणका वारे आए खलोता। दुरमुख देख दयाल होए हथों उसनूं दितुस तोता। राम नाम उपदेश कर खेल गया दे वणज सहोता। महापुरुष आ गए एक दिन गणका, जिन्हें पापां दा हाल अपने गल विच पाया होया सी। तो उन्हें आख्या हुण इन्हूं उपदेश की दवां मैं, कोई ऐसा कम करिए कि इहदा पार उतारा हो जाए। अपने हाथों इस तोता दिता। इस तोते नूं रात दिन तू जितना हो सके इनू राम नाम जपाना है। तो फिर लिव लागी तिस तोतियों। तोते नूं राम नाम जपांदियां जपांदियां लिव लागी तिस तोतियों। नित पढ़ाए करे असोता। तो तोते नूं राम राम पढ़ांदियां पढ़ांदियां इहदे अंदर ही राम नाम दी
ਲਿਵ ਲੱਗ ਜਾਂਦੀ ਹੈ। ਪਤਿਤ ਉਦਾਹਰਣ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ। ਪਤਿਤ ਤੋਂ ਪੁਨੀਤ ਕਰਨ ਵਾਲਾ ਪਰਮੇਸ਼ਰ ਜੀ ਦਾ ਨਾਮ, ਜਿਤਨੇ ਪਾਪ ਸਾਨੂੰ ਦੇ ਪਾਪਾਂ ਦੇ ਜੋ ਗਲ ਵਿੱਚ ਹਾਰ ਪਾਏ ਹੋਏ ਸਨ, ਉਹ ਸਾਰੇ ਪਾਪ ਇਸ ਦੇ ਦੂਰ ਹੋ ਜਾਂਦੇ ਨੇ। ਤੇ ਅੰਤ ਕਾਲ ਜਮਜਾਲ ਤੋੜ, ਨਰਕੇ ਵਿੱਚ ਨ ਖਦ ਸਗੋਤਾ। ਫਿਰ ਜਮਾਂ ਦਾ ਜਾਲ ਤੋੜ ਕੇ ਤੇ ਫਿਰ ਨਰਕ ਦੇ ਵਿੱਚ ਗੋਤਾ ਨਹੀਂ ਖਾਦਾ ਹੈ। ਭਾਈ ਗੁਰਦਾਸ ਕਹਿੰਦੇ ਨੇ ਕਿ ਨਾਮ ਜਪਣ ਦੇ ਕਾਰਨ ਗਈ ਬੈਕੁੰਠ ਬੇਬਾਨ ਚੜ, ਨਾਉ ਨਾਰਾਇਣ ਛੋਤ ਅਛੋਤਾ। ਪਰਮੇਸ਼ਰ ਦੇ ਨਾਮ ਦੇ ਵਿੱਚ ਇਤਨੀ ਤਾਕਤ ਹੈ, ਜਿਵੇਂ ਲੱਖ ਮਣਾ ਕਰ ਏਕਟੇ ਏਕ ਰਤੀਲੇ ਪਾ ਹੈ। ਲੱਖਾਂ ਹੀ ਮਣਾ ਲੱਕੜਾ ਹੋਣ ਤਾਂ ਲੱਖਾਂ ਮਣ ਅੱਗ ਨਹੀਂ ਚਾਹੀਦੀ ਹੈ। ਇੱਕ ਚਿੰਗਾਰੀ ਲਾ ਦਿਓ, ਸਾਰੀਆਂ ਲੱਕੜਾਂ ਸੜ ਕੇ ਸੁਆਹ ਹੋ ਜਾਂਦੀਆਂ ਨੇ। ਪਰਮੇਸ਼ਰ ਦੇ ਨਾਮ ਦੇ ਵਿੱਚ ਇਤਨੀ ਤਾਕਤ ਹੈ ਕਿ ਕਈ ਜਨਮਾਂ ਦੇ ਕੀਤੇ ਹੋਏ ਅਣਗਿਣਤ ਪਾਪ ਵੀ ਇੱਕ ਪਰਮੇਸ਼ਰ ਦੇ ਨਾਮ ਦੇ ਨਾਲ ਸਾਰੇ ਸੜ ਕੇ ਸੁਆਹ ਹੋ ਜਾਂਦੇ ਹਨ। ਸਾਰੇ ਸੜ ਕੇ, ਜਿਵੇਂ ਅਜ਼ਾਮਲ ਪਾਪੀ ਦੇ ਹੋ ਜਾਂਦੇ ਨੇ, ਗਨਕਾ ਪਾਪਣ ਦੇ ਹੋ ਜਾਂਦੇ ਨੇ। ਗੱਜ ਨੇ, ਹਾਥੀ ਨੇ ਇੱਕ ਵਾਰੀ ਪਰਮੇਸ਼ਰ ਨੂੰ ਯਾਦ ਕੀਤਾ ਹੈ, ਤੰਦੂਏ ਕੋਲੋਂ ਬਚਾਓ, ਪਰਮੇਸ਼ਰ ਨੇ ਉਸ ਦਾ ਉद्धार ਕਰ ਦਿੱਤਾ ਹੈ। ਗਨਕਾ ਉਦਰੀ ਹਰ ਕਹੇ ਤੋਤ, ਗਜ ਇੰਦਰ ਧਿਆਇਓ ਹਰ ਕੀਓ ਮੋਖ। ਗਨਕਾ ਪਾਪਣ ਪਰਮੇਸ਼ਰ ਦਾ ਨਾਮ ਸਿਮਰ ਕੇ ਪਾਰ ਉਤਾਰਾ ਹੁੰਦਾ, ਹਾਥੀ ਦਾ ਪਾਰ ਉਤਾਰਾ ਹੋ ਜਾਂਦਾ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੀ ਕਹਿੰਦੇ ਨੇ ਕਿ ਰਾਮ ਗੁਰ ਸ਼ਰਨ ਪ੍ਰਭੂ ਰਖਵਾਰੇ, ਜਿਉ ਕੁੰਚਰ ਤੰਦੂਏ ਪਕੜ ਚਲਾਇਓ, ਕਰ ਉੱਪਰ ਕੱਢ ਨਿਸਤਾਰੇ। ਉਹ ਪਰਮੇਸ਼ਰ ਦਾ ਨਾਮ ਜੋ ਤੰਦੂਏ ਤੋਂ ਹਾਥੀ ਨੂੰ ਬਚਾ ਲੈਂਦਾ ਹੈ, ਤੂੰ ਵੀ ਉਸ ਰਾਮ ਦੀ ਸ਼ਰਨ ਦੇ ਵਿੱਚ ਆ। ਉਸ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ। ਨਾਨਕ ਕਹਿਤ ਚੇਤ ਚਿੰਤਾਮਨ, ਤੈਂ ਵੀ ਉਤਰਸ ਪਾਰਾ। ਜੇ ਹਾਥੀ ਪਾਰ ਹੋ ਸਕਦਾ ਹੈ, ਅਜ਼ਾਮਲ ਪਾਰ ਹੋ ਸਕਦਾ ਹੈ, ਗਣਕਾ ਪਾਰ ਹੋ ਸਕਦੀ ਹੈ, ਬਾਲਮੀਕ ਤਰ ਸਕਦਾ ਹੈ, ਅਗਰ ਬੱਦਕ ਦਾ ਉਧਾਰ ਹੋ ਸਕਦਾ ਹੈ, ਮਹਾਰਾਜ ਕਹਿੰਦੇ ਨੇ ਤੂੰ ਵੀ ਉਸ ਪਰਮੇਸ਼ਰ ਦਾ ਸਿਮਰਨ ਕਰ। ਸਿਮਰਨ ਦੇ ਨਾਲ ਤੇਰਾ ਵੀ ਪਾਰ ਉਤਾਰਾ ਹੋ ਸਕਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਸੰਸਾਰਕ ਬੰਧਨਾਂ ਦੇ ਵਿੱਚ ਅਸੀਂ ਮਾਇਆ ਫਾਸ ਬੰਦ ਬਹੁ ਬੰਦੇ, ਹਰ ਜਪਿਓ ਖੁੱਲ ਖੁੱਲ ਨੇ। ਹਰੀ ਪਰਮੇਸ਼ਰ ਦਾ ਸਿਮਰਨ ਕੀਤਿਆਂ ਹੀ ਇਹਨਾਂ ਤਮਾਮ ਬੰਧਨਾਂ ਤੋਂ ਸਾਡਾ ਛੁਟਕਾਰਾ ਹੋ ਸਕਦਾ ਹੈ। ਹਾਥੀ ਸਿਮਰਨ ਕਰਦਾ ਹੈ ਤੇ ਤੂੰ ਕਿਉਂ ਨਹੀਂ ਸਿਮਰਨ ਕਰਦਾ ਹੈ? ਸਿਮਰਨ ਕਰੀਏ, ਬੰਦਗੀ ਕਰੀਏ, ਤਾਂ ਕਿ ਮਨੁੱਖਾ ਜਨਮ ਸਾਡਾ ਸਫਲ ਹੋ ਸਕੇ। ਭੁੱਲਾਂ ਚੁੱਕਾਂ ਦੀ क्षमा। ਰੋਜ਼ਾਨਾ 5:15 ਤੋਂ 6 ਵਜੇ ਤੱਕ ਆਪ ਫੇਸਬੁੱਕ ਪੇਜ ਕਥਾ ਸਾਗਰ ਤੇ ਵਿਚਾਰਾਂ ਸਰਵਣ ਕਰਦੇ ਹੋ। ਕੱਲ ਫਿਰ ਇੱਕ ਨਵੇਂ ਜੀਵ ਦੀ ਵਿਚਾਰ ਆਪ ਜੀ ਦੇ ਸਨਮੁਖ ਰੱਖਾਂਗੇ। ਆਪ ਫੋਲੋ ਕਰੋ, ਲਾਈਕ ਕਰੋ, ਸ਼ੇਅਰ ਕਰ ਦਿਓ। YouTube ਚੈਨਲ ਤੇ ਵੀ ਸਾਰੀ ਕਥਾ ਮੌਜੂਦ ਹੈ। ਕਥਾ ਸਾਗਰ ਮਨਮੋਹਨ ਸਿੰਘ ਨਿਮਾਣਾ, ਆਪ ਉਸ ਨੂੰ ਸਬਸਕ੍ਰਾਈਬ ਕਰੋ। ਭੁੱਲਾਂ ਚੁੱਕਾਂ ਦੀ क्षमा। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।